श्रोमणी अकाली दल की अनुशासन कमेटी की अज मीटिंग। कोई ना कोई इस तरह का यतन करते फिरते ने कि असी दोबारा पैर वसेबा कर दें। कहते जी एक पार्लीमेंट बोर्ड बनाया जाएगा जिहड़ा हलकियां की जानकारी हासिल करेगा ते एक परिवार नूं एक टिकट दित्ती जाएगी। ये विधान सभा चोणों तो पहला इस करके नहीं किया गया कि बादल साहब नूं टिकट देनी सी। लंबे समय तो उठती आ रही है कि अकाली दल ते एक परिवार का कब्जा हो गया। ये अकलदाड़ हुण क्यों आई है जदों सारा कुछ गवा लिया कि जिहड़ा टांचा अज सुखबीर सोहरी बनाउणगे 3 नवंबर तक ये उदों तक कायम रह जाएगा। विधायक लाभ सिंह उगू के लापता पता दसन वाले नूं मिलेगा 101 रुपए का नगद इनाम। अजिहे पोस्टर लगने शुरू हो गए ने ते इह आप दे ही जिहड़े आगू ने उन्हां दे वल्लों लगाए। ये पोस्टर क्यों लाए गए कि लाभ सिंह उगू के इहदा जवाब देणगे ते जे गलत लाए गए इन्हां समर्थकां दे विरुद्ध किहड़ी कार्रवाई कराउणगे। सूबे दे विच रेतां दीयां नवीआं खड्डां दी पहचान ओह कीती जावेगी। जमीन मालक अपनी जमीन दे विच खड्डां चलाउण दे लई अर्जी ओह दे सकदे ने। इह कहना हरजोत बैन जिथों जिथों दी नहरां वगदियां सी सूए कस्सियां वगदियां सी जल निकासियां जांदियां सी उत्थों लोग अपनी ट्राली लिया के टोकरे नाल रेता चक लिआउंदे सी। लोकां नूं उन्हां नहरां दी थां ते घग्गर दे विच जांदा रेता चंगा लगन लग्या। आम तौर ते साडे ਜ਼ਿਲ੍ਹਿਆਂ ਦੇ ਵਿੱਚ ਜਦੋਂ ਇਹ ਲਿਆਂਦਾ ਜਾਂਦਾ ਸੀ रेता ਉਹ ਸਿਰਫ ਤੇ ਸਿਰਫ ਭਰਾਈ ਤੇ ਤੇਲ ਦੇ ਪੈਸੇ ਲੈ ਲੈਂਦੇ ਸੀ। ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ रेता ਨਜ਼ਰ ਆਇਆ ਉਹ ਉਸ ਨੀਤੀ ਤਹਿਤ ਦਰਖਾਸਤਾਂ ਦੇ ਸਕਦੇ ਨੇ। ਉਸ ਨੀਤੀ ਦੇ ਤਹਿਤ ਹੀ ਫਿਰ ਉਹਨਾਂ ਨੂੰ रेते के पैसे मिल जाए। गल करांगे भारत भूषण आशू नूं लै के कि ਉਹ ਹੁਣ ਵਿਕਰਮ ਮਜੀਠੀਆ ਵਾਲੀ ਬੈਠ ਦੇ ਵਿੱਚ ਰਹਿ ਰਹੇ। ਜਿਹੜੀ ਸਾਡੀ ਇੱਥੇ ਕੇਂਦਰੀ ਜੇਲ੍ਹ ਪਟਿਆਲਾ ਹੈ ਇਹਦੇ ਵਿੱਚ ਭਾਰਤ ਭੂਸ਼ਣ ਆਸ਼ੂ ਸਾਹਿਬ 31 ਅਗਸਤ ਦੀ ਰਾਤ ਨੂੰ ਪਹੁੰਚ ਗਏ ਸੀ। ਉਹਦੀ ਨਾਲ ਦੀ ਬੈਰਕ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹੈ। ਇਹਨੂੰ ਜੋੜਾ ਚੱਕੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਦੇ ਵਿੱਚ 10x10 ਦਾ ਹੈ ਤੇ 2x2 ਫੁੱਟ ਦਾ ਉਹਦੇ 'ਚ ਪਖਾਨਾ ਹੈ, ਵਾਸ਼ਰੂਮ ਹੈ ਜਿੱਥੇ ਇਹ ਭਾਰਤ ਭੂਸ਼ਣ ਆਸ਼ੂ ਜੀ ਅੱਜ ਕੱਲ੍ਹ ਸੁਸ਼ੋਭਿਤ ਨੇ। डेंगू की बीमारी की गल की जाए तो इस दवाई जी तैयार हो चुकी है, बस इसका ट्रायल वो बाकी रह गया। ये जल्द कहते जी आ जाएगी। ਇਹਦਾ अंतरराष्ट्रीय पद्धर के उत्ते 2 पड़ावी ट्रायल किया गया। विदेशों के विच भी टोटल 30 ਥਾਵਾਂ ਤੇ ट्रायल हो रहे हैं तो भारत के विच 8 सेंटर बनाए ने। ये जानकारी दी है भारत ड्रग कंट्रोल जनरल वालों। ये जो दवाई तैयार हो गई फिर सानू डेंगू तो घबराउण की लोड़ नहीं तो कहते सैल घट के फलाना हो गया टिमका हो गया। इस वैक्सीन की 1 डोज के नाल ही वो कहते मोड़ा पै जाया करूगा। गल करांगे उन्हां डॉक्टरां दी जिहड़े कि बिना डिग्री वाले ने। बिना डिग्री वाले डॉक्टरां दे खिलाफ हुण सख्त कार्रवाई होवेगी क्योंकि हरकत दे विच हुण विभाग आउंदा नज़र आ रहा। जिहड़ी संबंधित डॉक्टर ने शायद उन्हां दा नवजोत कौर है ਤੇ ਦੂਜੇ ਜਿਹੜੇ ਸਹਾਇਕ ਸਿਵਲ ਸਰਜਨ ਨੇ ਡਾਕਟਰ ਵਿਕਾਸ ਗੋਇਲ ਉਹ ਕਹਿੰਦੇ ਪੀਐਮਸੀ ਸਰਟੀਫਿਕੇਟ ਪ੍ਰਾਈਵੇਟ ਮੈਡੀਕਲ ਕਾਉਂਸਲ ਉਹ ਤੋਂ ਲੈਣਾ ਬਹੁਤ ਜ਼ਰੂਰੀ ਹੁੰਦਾ ਤੇ ਉਹਨਾਂ ਦੀ ਆਗਿਆ ਤੋਂ ਬਿਨਾ ਇਹ ਜਿਹੜੇ ਡਾਕਟਰ ਨੇ ਪਾਬੰਦੀਸ਼ੁਦਾ ਦਵਾਈਆਂ ਵੀ ਨਹੀਂ ਰੱਖ ਸਕਦੇ। ਸਾਲ ਦੇ ਵਿੱਚ 5 ਤੋਂ 6 ਵਾਰ ਪੜਤਾਲ ਕਰਦਾ ਮਹਿਕਮਾ ਤੇ ਜੇ ਇਹ ਬਿਨਾ ਪਾਬੰਦੀਸ਼ੁਦਾ ਦਵਾਈਆਂ ਵੇਚ ਰਹੇ ਨੇ ਤੇ ਇਹਨਾਂ ਕੋਲ ਡਿਗਰੀਆਂ ਹੈ ਨਹੀਂ ਇਹ ਫਿਰ दाल दे विच काले वाल संकेत करता है।
ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਾਂਗੇ ਤੇ ਅੱਜ ਦੇ ਵਿਸ਼ੇ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਗੱਲਬਾਤ ਕਰਾਂਗੇ। ਸੋ ਇਹਨਾਂ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਰੀਨਾ ਜੀ। ਜੀ ਢਿੱਲੋਂ ਜੀ, ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨਕ ਕਮੇਟੀ ਦੀ ਅੱਜ ਮੀਟਿੰਗ ਸੀ। ਦੇਖੋ, ਸ਼੍ਰੋਮਣੀ ਅਕਾਲੀ ਦਲ ਜਿਸ ਹੱਦ ਤੱਕ ਜਾ ਪਹੁੰਚਿਆ ਹੈ, ਉਹ ਕੋਈ ਨਾ ਕੋਈ ਇਸ ਤਰ੍ਹਾਂ ਦਾ ਯਤਨ ਕਰਦੇ ਫਿਰਦੇ ਨੇ ਕਿ ਅਸੀਂ ਦੁਬਾਰਾ ਪੈਰ ਵਸੇਬਾ ਕਰ ਲਈਏ। ਅੱਜ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹ ਕਹਿੰਦੇ ਜਿਹੜੀ ਕੋਈ ਗੱਲ ਕਰਨੀ ਹੈ ਅਨੁਸ਼ਾਸਨੀ ਕਮੇਟੀ ਦੇ ਵਿੱਚ ਬੈਠ ਕੇ ਕਰਨੀ ਹੈ। ਜਿਹੜੀਆਂ ਪਹਿਲਾਂ ਅਨੁਸ਼ਾਸਨੀ ਕਮੇਟੀਆਂ ਬਣੀਆਂ ਸੀ ਕਿ ਸਾਰਾ ਕੁਝ ਉਹ ਇਨ ਬਿਨ ਲਾਗੂ ਹੋਇਆ। ਕਹਿੰਦੇ ਜੀ ਇੱਕ ਪਾਰਲੀਮੈਂਟ ਬੋਰਡ ਬਣਾਇਆ ਜਾਵੇਗਾ ਜਿਹੜਾ ਹਲਕਿਆਂ ਦੀ ਜਾਣਕਾਰੀ ਹਾਸਲ ਕਰੇਗਾ ਤੇ ਇੱਕ ਪਰਿਵਾਰ ਨੂੰ ਇੱਕ ਟਿਕਟ ਦਿੱਤੀ ਜਾਵੇਗੀ। ਇਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਕਰਕੇ ਨਹੀਂ ਕੀਤਾ ਗਿਆ ਕਿ ਬਾਦਲ ਸਾਹਿਬ ਨੂੰ ਟਿਕਟ ਦੇਣੀ ਸੀ। ਪਰਿਵਾਰਵਾਦ ਖਤਮ ਕਰੇਗਾ ਅਕਾਲੀ ਦਲ। ਜਿਹੜੀ ਮੰਗ ਲੰਬੇ ਸਮੇਂ ਤੋਂ ਉੱਠਦੀ ਆ ਰਹੀ ਹੈ ਕਿ ਅਕਾਲੀ ਦਲ ਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ, ਇਹ ਅਕਲਦਾੜ ਹੁਣ ਕਿਉਂ ਆਈ ਹੈ? ਜਦੋਂ ਸਾਰਾ ਕੁਝ ਗਵਾ ਲਿਆ ਕਿ ਅਗਲੀ ਗੱਲ ਕਹਿੰਦੇ ਜੀ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੇਗਾ। ਉਹ ਕੋਈ ਸੇਵਾ ਕਰਨ ਵਾਸਤੇ ਆਇਆ। ਕਹਿੰਦੇ ਜੇ ਚੋਣ ਲੜੇਗਾ ਪਰ ਪ੍ਰਧਾਨਗੀ ਤੋਂ ਛੁੱਟੀ ਕਰ ਲਿਓ। 50 ਸੀਟਾਂ ਨੌਜਵਾਨਾਂ ਲਈ ਰੱਖੀਆਂ ਜਾਣਗੀਆਂ। 50 ਸਾਲ ਦੀ ਉਮਰ ਦੇ ਉਮੀਦਵਾਰ ਖੜੇ ਕੀਤੇ ਜਾਣਗੇ। ਯੂਥ ਅਕਾਲੀ ਦਲ ਤੇ ਸ਼ਰਤ 35 ਸਾਲ ਤੱਕ ਦੀ ਰਹੇਗੀ, ਪਰ ਜਿਹੜਾ ਪ੍ਰਧਾਨ ਹੋਵੇਗਾ ਕਹਿੰਦੇ ਜੀ ਉਹ 40 ਸਾਲ ਦਾ ਵੀ ਹੋ ਸਕਦਾ ਹੈ। 3 ਨਵੰਬਰ ਤੱਕ ਸਾਰਾ ਢਾਂਚਾ ਗਠਨ ਕੀਤਾ ਜਾਵੇਗਾ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਮੁੜ ਬਣਾਈ ਜਾਵੇਗੀ। ਤੇ ਅੱਜ ਪਤਾ ਲੱਗ ਗਿਆ ਕਿ ਜਿਹੜੀ SOI ਬਣਾਈ ਸੀ ਲੱਠਮਾਰਾਂ ਦੀ, ਕੰਮ ਤਾਂ ਉਹਨਾਂ ਦਾ ਵੀ ਇਹੀ ਸੀ ਕਿ ਕਾਲਜਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਸਥਾਪਿਤ ਹੋਵੇ। ਇਹ ਹੁਣ ਸਿੱਖ ਸਟੂਡੈਂਟ ਫੈਡਰੇਸ਼ਨ ਕਿਵੇਂ ਯਾਦ ਆ ਗਈ? ਤੇ ਕਹਿੰਦੇ ਜੀ ਕਿਸੇ ਪਰਿਵਾਰ ਦੀ ਨਿੱਜੀ ਜਾਇਦਾਦ ਨਹੀਂ। ਅਕਾਲੀ ਦਲ ਦਾ ਪ੍ਰਧਾਨ, ਇਹ ਸਭ ਤੋਂ ਸਮਝਣ ਵਾਲੀ ਗੱਲ ਹੈ, ਸਭ ਤੋਂ ਮੋਟੀ ਗੱਲ ਹੈ। 2 ਟਰਮਾਂ 5-5 ਸਾਲ ਰਹੇਗਾ ਪ੍ਰਧਾਨ। ਇਹ ਸਾਰਾ ਨੰਬਰ ਕਿਤੇ ਇਸ ਕਰਕੇ ਤਾਂ ਨਹੀਂ ਰਚਿਆ ਜਾ ਰਿਹਾ ਕਿ ਵੀ 2032 ਤੱਕ ਤਾਂ ਸੁਖਬੀਰ ਸਿੰਘ ਪ੍ਰਧਾਨ ਹੈਗਾ, ਉਦੋਂ ਬਾਅਦ ਆਪਾਂ ਸੋਚਾਂਗੇ। ਇਹ ਜਿਹੜੀਆਂ ਗੱਲਾਂ ਅੱਜ ਕੀਤੀਆਂ ਨੇ ਇਹ ਸਮੇਂ ਸਿਰ ਦੀਆਂ ਨੇ। ਅਜੇ ਲੋਕ ਸਭਾ ਦੀ ਚੋਣ ਆਉਣੀਆਂ 24 ਚ ਤੇ ਵਿਧਾਨ ਸਭਾ ਜਿਹਦੇ ਬਾਰੇ ਆ ਸਾਰੀਆਂ ਗੱਲਾਂ ਕੀਤੀਆਂ ਨੇ ਉਹ ਤਾਂ ਚੋਣ 27 ਚ ਹੋਣੀ ਹੈ। ਕਿ ਜਿਹੜਾ ਢਾਂਚਾ ਅੱਜ ਸੁਖਬੀਰ ਸਿੰਘ ਹੋਰੀ ਬਣਾਉਣਗੇ 3 ਨਵੰਬਰ ਤੱਕ, ਇਹ ਉਦੋਂ ਤੱਕ ਕਾਇਮ ਰਹਿ ਜਾਏਗਾ। ਕਿ ਝੁੰਦਾ ਸਾਹਿਬ ਨੇ ਸਾਰਾ ਕੁਝ ਆਪਣੀ ਉਸ ਰਿਪੋਰਟ ਦੇ ਵਿੱਚ ਲਿਖਿਆ। ਲੋਕ ਤਾਂ ਅੱਜ ਕਹਿ ਰਹੇ ਨੇ ਕਿ ਪਰਿਵਾਰਵਾਦ ਨੂੰ ਪਾਸੇ ਕੀਤਾ ਜਾਵੇ। ਜੇ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਇੱਕ ਪਰਿਵਾਰ ਪਰੇ ਕੀਤਾ ਜਾਵੇ, ਉਹ ਤਿਆਗ ਦਿਖਾਵੇ। ਇੱਥੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਤੇ ਉਹ ਕੁਰਸੀ ਨੂੰ ਚਿੰਬੜਨਾ ਚਾਹੁੰਦੇ ਨੇ। ਇਹ ਜਿਹੜਾ ਗੱਲ ਅੱਗੇ ਜਾ ਕੇ ਹੋਣੀ ਹੈ, ਇਹ ਅੱਜ ਜੇ ਤਾਂ ਇਹ ਕੀਤੀ ਜਾਂਦੀ 2022 ਦੀਆਂ ਚੋਣਾਂ ਤੋਂ ਪਹਿਲਾਂ, ਪਿਛਲੇ ਸਾਲ ਨਵੰਬਰ 21 ਦੇ ਵਿੱਚ ਕਰ ਲੈਂਦੇ ਕਿ ਆਹ ਅਸੀਂ ਲਾਗੂ ਕਰਨ ਲੱਗੇ ਹਾਂ, ਤੇ ਲੋਕ ਸਮਝਦੇ ਕਿ ਵਾਕਈ ਸੁਖਬੀਰ ਸਿੰਘ ਬਾਦਲ ਹੋਰੀ ਇਹਦੇ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਨੇ।
ਅਸੀਂ ਦੋਨੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਬਾਦਲ ਸਾਹਿਬ ਪ੍ਰਤੀ ਕਿ ਉਹ ਬਹੁਤ ਵੱਡੀ ਉਮਰ ਭੋਗਣ। ਪਰ ਜੇ ਇਹ ਫੈਸਲਾ ਪਹਿਲਾਂ ਲਾਗੂ ਹੁੰਦਾ ਤਾਂ ਦੋਹਾਂ ਪਿਓ ਪੁੱਤਾਂ ਚੋਂ ਕੌਣ ਚੋਣ ਲੜਦਾ। ਇਹ ਮੇਰੇ ਹਿਸਾਬ ਦੇ ਨਾਲ ਸਿਰਫ ਤੇ ਸਿਰਫ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਕਿ ਅਕਾਲੀ ਦਲ ਬੜਾ ਸੁਹਿਰਦ ਹੈ, ਪਰ ਜਿਹੜੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਤੁਹਾਡੇ ਪ੍ਰਤੀ ਬਿਰਤੀ ਚਲੀ ਗਈ ਉਹਨੂੰ ਕੌਣ ਕੱਢੇਗਾ, ਇੱਕ ਵੱਖਰਾ ਸਵਾਲ ਹੈ। ਲੋਕ ਤੁਹਾਡੇ ਕੋਲੋਂ ਦੂਰ ਕਿਉਂ ਹੋ ਗਏ? ਇਹਦੇ ਵਿੱਚ ਕਿਤੇ ਗੱਲ ਨਹੀਂ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਉਸ ਮਾਮਲੇ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਸਾਡੀ ਸਰਕਾਰ ਵੇਲੇ ਹੋਈ ਸੀ, ਉਹ ਗਲਤੀ ਸਾਤੋਂ ਹੋਈ ਹੈ, ਉਹ ਸਵੀਕਾਰੀ ਜਾਂਦੀ। ਬਾਕੀ ਪਤਾ ਨਹੀਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਾਰਾ ਕੁਝ ਕੀਤਾ। ਸੁਖਬੀਰ ਸਿੰਘ ਬਾਦਲ ਇਸ ਪਾਰਟੀ ਨੂੰ ਨਵੇਂ ਸਿਰੇ ਤੋਂ ਇਹ ਨਵੇਂ ਫਾਰਮੂਲਿਆਂ ਦੇ ਰਾਹੀਂ ਜੋੜਨਾ ਚਾਹੁੰਦੇ ਹੈ। ਇਸ ਸਾਰੇ ਨੂੰ ਲੋਕ ਕਿੰਨਾ ਕੁ ਕਬੂਲ ਕਰਦੇ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜੀ, ਵਿਧਾਇਕ ਲਾਭ ਸਿੰਘ ਉਗੋਕੇ ਲਾਪਤਾ ਪਤਾ ਦੱਸਣ ਵਾਲੇ ਨੂੰ ਮਿਲੇਗਾ 101 ਰੁਪਏ ਦਾ ਨਗਦ ਇਨਾਮ ਅਜਿਹੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇ ਤੇ ਇਹ ਆਪ ਦੇ ਹੀ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਲਗਾਏ ਗਏ ਨੇ। ਦੇਖੋ, ਇਹ ਜਿਹੜੇ ਜਿੱਤ ਕੇ ਆਏ ਇਹਨਾਂ ਦਾ ਕੋਈ ਆਧਾਰ ਅਧੂਰਤਾ ਹੈ ਨਹੀਂ, ਨਾ ਪਿੰਡਾਂ 'ਚ ਨਾ ਕਿਤੇ ਹੋਰ ਹੈ। ਇਹ ਇਸ ਗੱਲ ਦੀ ਦਾਤ ਜ਼ਰੂਰ ਦਿੰਦੇ ਆ ਕਿ ਇਹ ਕਦੇ ਪੰਚ ਨਹੀਂ ਬਣ ਸਕਦੇ ਸੀ ਤੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਵਿਧਾਇਕ ਤੱਕ ਪਹੁੰਚਾਤਾ। ਇਹ ਬੰਦੇ ਹੈਗੇ ਨੇ ਜਿਨ੍ਹਾਂ ਨੇ ਇਹ ਲਾਏ ਨੇ। ਇੱਕ ਤਾਂ ਨਾਂ ਸੋਹਣ ਲਾਲ ਗੋਇਲ ਹੈ, ਇੱਕ ਉਹਨਾਂ ਦਾ ਸਮਰਥਕ ਵਿਜੇ ਕੁਮਾਰ ਹੈ। ਉਹ ਕਹਿੰਦੇ ਵੀ ਸਾਨੂੰ ਵਿਧਾਇਕ ਸਾਹਿਬ ਹਲਕੇ 'ਚ ਮਿਲਦੇ ਨਹੀਂ, ਸਾਨੂੰ ਪਰੇਸ਼ਾਨੀਆਂ ਨੇ, ਅਸੀਂ ਆਪ ਦਾ ਦੁੱਖ ਕਿਹਦੇ ਕੋਲੇ ਰੋਈਏ ਜਾ ਕੇ। ਦੂਜੇ ਪਾਸੇ ਉਹਨਾਂ ਦੇ ਆਪ ਦੇ ਸਮਰਥਕ ਨੇ ਧਰਮਪਾਲ ਸ਼ਰਮਾ, ਨਰੈਣ ਸਿੰਘ ਧਨੇਰ, ਮਨੀਸ਼ ਗਰਗ, ਤੇਜਿੰਦਰ ਸਿੰਘ ਢਿੱਲਵਾਂ ਵਗੈਰਾ ਵਗੈਰਾ। ਉਹ ਕਹਿੰਦੇ ਵੀ ਨਹੀਂ, ਇਹ ਦੋਸ਼ ਬੇਬੁਨਿਆਦ ਨੇ, ਵਿਧਾਇਕ ਹਮੇਸ਼ਾ ਹਲਕੇ 'ਚ ਹੀ ਰਹਿੰਦੇ ਨੇ। ਇੱਕ ਅੱਧਾ ਦਿਨ ਹਫ਼ਤੇ ਦੇ ਵਿੱਚ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਕਿਉਂਕਿ ਪਾਰਟੀ ਦੀਆਂ ਮੀਟਿੰਗਾਂ ਹੁੰਦੀਆਂ ਨੇ, ਲੋਕਾਂ ਦੇ ਕੰਮ ਕਰਾਉਣੇ ਹੁੰਦੇ ਨੇ। ਇਹਦੇ ਵਿੱਚ ਇਹ ਪੋਸਟਰ ਕਿਉਂ ਲਾਏ ਗਏ ਕਿ ਲਾਭ ਸਿੰਘ ਉਗੋਕੇ ਇਹਦਾ ਜਵਾਬ ਦੇਣਗੇ, ਤੇ ਜੇ ਗਲਤ ਲਾਏ ਗਏ ਇਹਨਾਂ ਸਮਰਥਕਾਂ ਦੇ ਵਿਰੁੱਧ ਕਿਹੜੀ ਕਾਰਵਾਈ ਕਰਾਉਣਗੇ। ਇੱਕ ਗੱਲ ਜ਼ਰੂਰ ਹੈ, ਇਸ ਲੋਕ ਸਭਾ ਦੇ ਹਲਕੇ ਲਈ ਜਿਹਦੇ ਵਿੱਚ ਉਗੋਕੇ ਦਾ ਭਦੌੜ ਹਲਕਾ ਵੀ ਪੈਂਦਾ ਹੈ, ਇਹ 9 ਉਹ ਵਿਧਾਨ ਸਭਾ ਹਲਕੇ ਨੇ ਜਿੱਥੇ 3 ਮਹੀਨਿਆਂ ਬਾਅਦ ਹੀ ਸੰਗਰੂਰ ਪਾਰਲੀਮੈਂਟੀ ਹਲਕੇ ਦੇ ਲੋਕਾਂ ਨੇ ਇਹਨਾਂ ਦਾ ਬੱਠਲ ਮੂਧਾ ਮਾਰਤਾ। ਇਹਦਾ ਮਤਲਬ ਕਿ ਜਿਹੜੀਆਂ ਗੱਲਾਂ ਲੈ ਕੇ ਇਹ ਲੋਕਾਂ ਦੇ ਵਿੱਚ ਗਏ ਸਨ ਉਹਦੇ ਉੱਤੇ ਖਰੇ ਨਹੀਂ ਉਤਰੇ। ਜੀ, ਸੂਬੇ ਦੇ ਵਿੱਚ ਰੇਤਾਂ ਦੀਆਂ ਨਵੀਆਂ ਖੱਡਾਂ ਦੀ ਪਹਿਚਾਣ ਉਹ ਕੀਤੀ ਜਾਵੇਗੀ। ਜ਼ਮੀਨ ਮਾਲਕ ਆਪਣੀ ਜ਼ਮੀਨ ਦੇ ਵਿੱਚ ਖੱਡਾਂ ਚਲਾਉਣ ਦੇ ਲਈ ਅਰਜ਼ੀ ਉਹ ਦੇ ਸਕਦੇ ਨੇ, ਇਹ ਕਹਿਣਾ ਹਰਜੋਤ ਬੈਂਸ ਦਾ। ਪਹਿਲਾਂ ਸਾਰਾ ਕੁਝ ਇਹ ਲੋਕ ਆਪਣੇ ਤੌਰ ਤੇ ਕਰਦੇ ਸੀ। ਇਹਦਾ ਜਿਹੜਾ ਸਭ ਤੋਂ ਵੱਧ 2007 ਤੋਂ ਸ਼ੁਰੂ ਹੋਇਆ ਜਦੋਂ ਅਕਾਲੀ ਭਾਜਪਾ ਸਰਕਾਰ ਇੱਥੇ ਆਈ। ਜਿੱਥੋਂ ਜਿੱਥੋਂ ਦੀ ਨਹਿਰਾਂ ਵਗਦੀਆਂ ਸੀ, ਸੂਏ ਕੱਸੀਆਂ ਵਗਦੀਆਂ ਸੀ, ਜਲ ਨਿਕਾਸੀਆਂ ਜਾਂਦੀਆਂ ਸੀ, ਉੱਥੋਂ ਲੋਕ ਆਪਣੇ ਟਰਾਲੀ ਲਿਆ ਕੇ ਟੋਕਰੇ ਨਾਲ ਰੇਤਾ ਚੱਕ ਲਿਆਉਂਦੇ ਸੀ। ਫਿਰ ਥੋੜਾ ਜਿਹਾ ਸਿਸਟਮ ਬਦਲਿਆ, ਲੋਕਾਂ ਨੂੰ ਉਹਨਾਂ ਨਹਿਰਾਂ ਦੀ ਥਾਂ ਤੇ ਘੱਗਰ ਦੇ ਵਿੱਚ ਜਾਂਦਾ ਰੇਤਾ ਚੰਗਾ ਲੱਗਣ ਲੱਗਿਆ। ਆਮ ਤੌਰ ਤੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਜਦੋਂ ਇਹ ਲਿਆਂਦਾ ਜਾਂਦਾ ਸੀ ਰੇਤਾ, ਉਹ ਸਿਰਫ ਤੇ ਸਿਰਫ ਭਰਾਈ ਤੇ ਤੇਲ ਦੇ ਪੈਸੇ ਲੈ ਲੈਂਦੇ ਸੀ। ਤੇਲ ਬੜਾ ਸਸਤਾ ਸੀ।
ਔਰ ਮੇਰਾ ਖਿਆਲ ਹੈ ਕਿ 500-700 ਜਾਂ 1000 ਰੁਪਇਆ ਲਿਆ ਜਾਂਦਾ, ਇਹ ਰੇਤਾ ਲੋਕ ਲੈ ਆਉਂਦੇ ਸੀ। ਹੁਣ ਤਾਂ ਇਹ ਰੇਤਾ ਨਾ ਰਿਹਾ, ਇਹ ਤਾਂ ਡਾਇਮੰਡ ਬਣ ਗਿਆ। ਇਹਦੇ ਵਿੱਚੋਂ ਬਹੁਤ ਸਾਰਿਆਂ ਨੇ ਹੱਥ ਰੰਗੇ ਹੈ, ਜਿਹਦੇ ਕਰਕੇ ਇਹ ਰੇਤਾ ਅੱਜ ਚਰਚਾ ਦਾ ਵਿਸ਼ਾ ਬਣਿਆ। ਹੁਣ ਬੈਂਸ ਸਾਹਿਬ ਕਹਿੰਦੇ ਨੇ ਕਿ ਸਬ ਡਿਵੀਜ਼ਨ ਪੱਧਰ ਤੇ ਕਮੇਟੀਆਂ ਬਣਾ ਦੇਵਾਂਗੇ, ਜਿਨ੍ਹਾਂ ਦੇ ਖੇਤਾਂ ਦੇ ਵਿੱਚ ਇਹ ਰੇਤਾ ਨਜ਼ਰ ਆਇਆ ਉਹ ਉਸ ਨੀਤੀ ਤਹਿਤ ਦਰਖਾਸਤਾਂ ਦੇ ਸਕਦੇ ਨੇ। ਉਸ ਨੀਤੀ ਦੇ ਤਹਿਤ ਹੀ ਫਿਰ ਉਹਨਾਂ ਨੂੰ ਰੇਤੇ ਦੇ ਪੈਸੇ ਮਿਲ ਜਾਇਆ ਕਰਨਗੇ। ਜੀ ਗੱਲ ਕਰਾਂਗੇ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਕਿ ਉਹ ਹੁਣ ਬਿਕਰਮ ਮਜੀਠੀਆ ਵਾਲੀ ਬੈਠਕ ਦੇ ਵਿੱਚ ਰਹਿ ਰਹੇ ਨੇ। ਜਿਹੜੀ ਸਾਡੀ ਇੱਥੇ ਕੇਂਦਰੀ ਜੇਲ੍ਹ ਪਟਿਆਲਾ ਹੈ, ਇਹਦੇ ਵਿੱਚ ਭਾਰਤ ਭੂਸ਼ਣ ਆਸ਼ੂ ਸਾਹਿਬ 31 ਅਗਸਤ ਦੀ ਰਾਤ ਨੂੰ ਪਹੁੰਚ ਗਏ ਸੀ। ਉਹਦੀ ਨਾਲ ਦੀ ਬੈਰਕ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹੈ। ਇਹ ਚੱਕੀਆਂ ਦੇ ਨਾਲ ਹੈ। ਇਸ ਏਰੀਏ ਨੂੰ ਅਸਲ ਦੇ ਵਿੱਚ ਇੱਕ ਸੈੱਲ ਹੈ, ਉਹ ਸੈੱਲ ਦੇ ਵਿੱਚ ਇਹਨੂੰ ਜੋੜਾ ਚੱਕੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਦੇ ਵਿੱਚ 10x10 ਦਾ ਹੈ ਤੇ 2x2 ਫੁੱਟ ਦਾ ਉਹਦੇ 'ਚ ਪਖਾਨਾ ਹੈ, ਵਾਸ਼ਰੂਮ ਹੈ, ਜਿੱਥੇ ਇਹ ਭਾਰਤ ਭੂਸ਼ਣ ਆਸ਼ੂ ਜੀ ਅੱਜ ਕੱਲ੍ਹ ਸ਼ਸ਼ੋਭਤ ਨੇ। ਪਤਾ ਨਹੀਂ ਮੋਰੀ ਦੀ ਇੱਟ ਕੱਢ ਕੇ ਉਹ ਨਵਜੋਤ ਸਿੰਘ ਸਿੱਧੂ ਨਾਲ ਕੋਈ ਗੱਲਬਾਤ ਕਰਦੇ ਆ ਜਾਂ ਨਹੀਂ ਕਰਦੇ। ਉੱਥੇ ਨੇੜੇ ਤੇੜੇ ਹੀ ਬਲਵੰਤ ਸਿੰਘ ਰਾਜੋਆਣਾ ਵੀ ਨੇ, ਉਹ ਵੀ ਉੱਥੇ ਹੀ ਨੇ। ਸੋ ਜਦੋਂ ਤੱਕ ਜ਼ਮਾਨਤ ਨਹੀਂ ਹੁੰਦੀ ਜਾਂ ਹੋ ਸਕਦਾ ਕਿਸੇ ਵੇਲੇ ਉਹਨਾਂ ਨੂੰ ਈਡੀ ਲੈ ਜਾਵੇ, ਉਦੋਂ ਤੱਕ ਫਿਰ ਇਸ ਮੌਸਮ ਦੇ ਵਿੱਚ ਆਸ਼ੂ ਸਾਹਿਬ ਆਰਾਮ ਫਰਮਾਉਣਗੇ। ਗਰਮੀ ਦਾ ਮੌਸਮ ਹੈ, ਜੇ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ ਤਾਂ 15 ਕੁ ਦਿਨ ਥੋੜ੍ਹਾ ਜਿਹਾ ਕਸ਼ਟ ਝੱਲਣਾ ਪੈਣਾ, ਫਿਰ ਮੌਸਮ ਥੋੜ੍ਹੇ ਵਿੱਚ ਤਬਦੀਲੀ ਆ ਜਾਵੇਗੀ। ਜੀ, ਡੇਂਗੂ ਦੀ ਬਿਮਾਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਲਈ ਦਵਾਈ ਜਿਹੜੀ ਤਿਆਰ ਹੋ ਚੁੱਕੀ ਹੈ, ਬਸ ਇਸ ਦਾ ਟਰਾਇਲ ਆ ਉਹ ਬਾਕੀ ਰਹਿ ਗਿਆ। ਇਹ ਜਲਦ ਕਹਿੰਦੇ ਜੀ ਆ ਜਾਵੇਗੀ। ਇਹਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ 2 ਪੜਾਵੀ ਟਰਾਇਲ ਕੀਤਾ ਗਿਆ। ਵਿਦੇਸ਼ਾਂ ਦੇ ਵਿੱਚ ਵੀ ਟੋਟਲ 30 ਥਾਵਾਂ ਤੇ ਟਰਾਇਲ ਹੋ ਰਹੇ ਨੇ ਤੇ ਭਾਰਤ ਦੇ ਵਿੱਚ 8 ਸੈਂਟਰ ਬਣਾਏ ਨੇ। ਇਹ ਜਾਣਕਾਰੀ ਦਿੱਤੀ ਆ ਭਾਰਤ ਡਰੱਗ ਕੰਟਰੋਲ ਜਨਰਲ ਵੱਲੋਂ ਕਿ ਇਹ ਕਾਨਪੁਰ ਦੇ ਵਿੱਚ ਇੱਕ ਗਣੇਸ਼ ਸ਼ੰਕਰ ਵਿਦਿਆਰਥੀ ਆ ਮੈਡੀਕਲ ਕਾਲਜ ਦਾ, ਪ੍ਰਵਾਨਗੀ ਕੇਂਦਰ ਸਰਕਾਰ ਨੇ ਦਿੱਤੀ ਹੈ। ਆ ਜਿਹੜਾ ਉਹਨਾਂ ਦਾ ਭਾਰਤ ਡਰੱਗ ਕੰਟਰੋਲ ਜਨਰਲ ਹੈ, ਇਹ ਜਿਹੜਾ ਵਿਦਿਆਰਥੀ ਹੈ ਉਹ ਵੀ ਇਸ ਟਰਾਇਲ ਵਾਲੀ ਟੀਮ ਭਾਵ ਜਿਹਦੀ ਖੋਜ ਕਰ ਰਹੀ ਹੈ ਉਹਦੇ ਵਿੱਚ ਸ਼ਾਮਲ ਹੈ। ਉਮੀਦ ਰੱਖਣੀ ਚਾਹੀਦੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਇਹ ਜਦੋਂ ਦਵਾਈ ਤਿਆਰ ਹੋ ਗਈ ਫਿਰ ਸਾਨੂੰ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ। ਤਾਂ ਕਹਿੰਦੇ ਸੈੱਲ ਘਟ ਕੇ ਫਲਾਨਾ ਹੋ ਗਿਆ, ਟਮਕਾ ਹੋ ਗਿਆ। ਇਸ ਵੈਕਸੀਨ ਦੀ 1 ਡੋਜ਼ ਦੇ ਨਾਲ ਹੀ ਉਹ ਕਹਿੰਦੇ ਮੋੜਾ ਪੈ ਜਾਇਆ ਕਰੂਗਾ। ਇਹ ਜਿਹੜੀ ਖਤਰਨਾਕ ਬਿਮਾਰੀ ਡੇਂਗੂ ਹੈ, ਇਹਦਾ ਇਲਾਜ ਹੁਣ ਵਿਸ਼ਵ ਵਿੱਚ ਸੰਭਵ ਹੋ ਸਕਿਆ। ਜੀ, ਗੱਲ ਕਰਾਂਗੇ ਉਹਨਾਂ ਡਾਕਟਰਾਂ ਦੀ ਜਿਹੜੇ ਕਿ ਬਿਨਾਂ ਡਿਗਰੀ ਵਾਲੇ ਨੇ। ਬਿਨਾਂ ਡਿਗਰੀ ਵਾਲੇ ਡਾਕਟਰਾਂ ਦੇ ਖਿਲਾਫ ਹੁਣ ਸਖਤ ਕਾਰਵਾਈ ਹੋਵੇਗੀ, ਕਿਉਂਕਿ ਹਰਕਤ ਦੇ ਵਿੱਚ ਹੁਣ ਵਿਭਾਗ ਆਉਂਦਾ ਨਜ਼ਰ ਆ ਰਿਹਾ ਹੈ। ਇਹ ਬਹੁਤ ਸਾਰੇ ਥਾਵਾਂ ਦੇ ਉੱਤੇ ਬਿਨਾਂ ਡਿਗਰੀ ਵਾਲੇ ਡਾਕਟਰ ਪ੍ਰਾਈਵੇਟ ਤੌਰ ਤੇ ਪ੍ਰੈਕਟਿਸ ਕਰਦੇ ਨੇ। ਆਮ ਤੌਰ ਤੇ ਸਾਲ ਦੇ ਵਿੱਚ 5-6 ਵਾਰ ਜਾਂਚ ਹੁੰਦੀ ਹੈ। ਇਹਦੇ ਤੋਂ ਬਿਲਕੁਲ ਠੀਕ ਕਿਹਾ ਜਾ ਸਕਦਾ ਹੈ ਇਹ ਚੀਜ਼ਾਂ ਮਹਿਕਮੇ ਦੇ ਮਿਲੀ ਭੁਗਤ ਤੋਂ ਬਗੈਰ ਨਹੀਂ ਚੱਲਦੀਆਂ। ਮਹਿਕਮੇ ਦੀ ਮਿਲੀ ਭੁਗਤ ਇਹਦੇ ਵਿੱਚ ਭਾਰੂ ਹੁੰਦੀ ਹੈ। ਸਿਹਤ ਵਿਭਾਗ ਵੱਲੋਂ ਡਰੱਗ ਦੀਆਂ ਪ੍ਰਾਈਵੇਟ ਜਿਹੜੀਆਂ ਪ੍ਰੈਕਟਿਸ ਹੈ, ਇਸ ਮਾਮਲੇ ਦੇ ਵਿੱਚ ਜਿਹੜੀ ਸੰਬੰਧਿਤ ਡਾਕਟਰ ਨੇ, ਸ਼ਾਇਦ ਉਹਨਾਂ ਦਾ ਨਵਜੋਤ ਕੌਰ ਹੈ,
ਤੇ ਦੂਜੇ ਜਿਹੜੇ ਸਹਾਇਕ ਸਿਵਲ ਸਰਜਨ ਨੇ ਡਾਕਟਰ ਵਿਕਾਸ ਗੋਇਲ, ਉਹ ਕਹਿੰਦੇ PMC ਸਰਟੀਫਿਕੇਟ ਪ੍ਰਾਈਵੇਟ ਮੈਡੀਕਲ ਕਾਉਂਸਲ ਉਹ ਤੋਂ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਉਹਨਾਂ ਦੀ ਆਗਿਆ ਤੋਂ ਬਿਨਾਂ ਇਹ ਜਿਹੜੇ ਡਾਕਟਰ ਨੇ ਪਾਬੰਦੀਸ਼ੁਦਾ ਦਵਾਈਆਂ ਵੀ ਨਹੀਂ ਰੱਖ ਸਕਦੇ। ਇੱਕ ਵੱਡੀ ਗੱਲ ਹੈ। ਦੂਜਾ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਨੇ ਮਨੋਜ ਮਹਿਤਾ, ਉਹ ਕਹਿੰਦੇ ਸਾਲ ਦੇ ਵਿੱਚ 5 ਤੋਂ 6 ਵਾਰ ਪੜਤਾਲ ਕਰਦਾ ਮਹਿਕਮਾ, ਤੇ ਜੇ ਇਹ ਬਿਨਾਂ ਪਾਬੰਦੀਸ਼ੁਦਾ ਦਵਾਈਆਂ ਵੇਚ ਰਹੇ ਨੇ ਤੇ ਇਹਨਾਂ ਕੋਲ ਡਿਗਰੀਆਂ ਹੈ ਨਹੀਂ, ਇਹ ਫਿਰ ਦਾਲ ਦੇ ਵਿੱਚ ਕਾਲੇ ਵੱਲ ਸੰਕੇਤ ਕਰਦਾ ਹੈ। ਸਾਡੇ ਸਿਹਤ ਮੰਤਰੀ ਜੋੜੇ ਮਾਜਰਾ ਸਾਹਿਬ, ਉਹ ਪਹਿਲਾਂ ਹਸਪਤਾਲਾਂ ਦੇ ਗੱਦੇ ਬਾਅਦ 'ਚ ਚੈੱਕ ਕਰਨ। ਪਹਿਲਾਂ ਜਿਹੜਾ ਉਹਨਾਂ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਗੋਰਖ ਧੰਦਾ ਚੱਲ ਰਿਹਾ ਹੈ, ਬਿਨਾਂ ਡਿਗਰੀ ਵਾਲੇ ਡਾਕਟਰ ਸ਼ਰੇਆਮ ਮਨੁੱਖਤਾ ਦੇ ਨਾਲ ਖਿਲਵਾੜ ਕਰ ਰਹੇ ਹੈ ਤੇ ਦਵਾਈਆਂ ਦੇ ਰਹੇ ਹੈ। ਇਹਨਾਂ ਦੀ ਨੱਥ ਕਸਣ ਦੀ ਜ਼ਰੂਰਤ ਹੈ। ਜੀ ਢਿੱਲੋਂ ਜੀ, ਡਾਕਟਰ ਬਲਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਬਿਰਧ ਆਸ਼ਰਮ ਖੋਲ੍ਹਣ ਦੀ ਤਜਵੀਜ਼ ਰੱਖੀ ਗਈ ਹੈ। ਇਹ ਬਿਲਕੁਲ ਜੀ ਉਹਨਾਂ ਨੇ ਅੱਜ ਬੜਾ ਮਹੱਤਵਪੂਰਨ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਬਹੁਤ ਮਾੜੀ ਗੱਲਬਾਤ ਹੈ। ਜਿਸ ਮਾਂ ਪਿਓ ਨੇ ਬਹੁਤ ਉਮੀਦਾਂ ਦੇ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੁੰਦਾ ਹੈ ਤੇ ਉਹਨਾਂ ਬੱਚਿਆਂ ਵੱਲੋਂ ਜਦੋਂ ਕਹਿੰਦੇ ਆ ਕਿ ਜਦੋਂ ਆਮ ਤੌਰ ਤੇ ਬੰਦਾ ਬੁੱਢਾ ਹੋ ਜਾਂਦਾ ਹੈ, ਉਹਦੀਆਂ ਹਰਕਤਾਂ ਵੀ ਬੱਚਿਆਂ ਵਰਗੀਆਂ ਹੋ ਜਾਂਦੀਆਂ ਨੇ, ਤੇ ਜਦੋਂ ਜਾ ਕੇ ਬਿਰਧ ਆਸ਼ਰਮਾਂ ਦੇ ਵਿੱਚ ਉਹਨਾਂ ਨੂੰ ਤੱਕਦੇ ਆ ਤੇ ਰੋਣ ਆਉਂਦਾ ਹੈ। ਸੋ ਇਸ ਕਰਕੇ ਇਹ ਜਿਹੜੇ 10 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਪਟਿਆਲਾ, ਤਰਨਤਾਰਨ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਮਲੇਰਕੋਟਲਾ, ਇਹ ਜਿਹੜੇ ਜ਼ਿਲ੍ਹੇ ਨੇ ਪਹਿਲੇ ਪੜਾਅ ਦੇ ਵਿੱਚ ਕਵਰ ਕੀਤੇ ਜਾਣਗੇ। ਤੇ ਰੈੱਡ ਕਰਾਸ ਦੀ ਸਹਾਇਤਾ ਸਮਾਜ ਸੇਵੀ ਸੰਸਥਾਵਾਂ, ਗੈਰ ਸਰਕਾਰੀ ਸੰਸਥਾਵਾਂ, ਟਰਸਟ ਆਦਿ ਨੂੰ ਨਾਲ ਲਿਆ ਜਾਵੇਗਾ। ਸਮਰੱਥਾ ਦੇ ਮੁਤਾਬਕ ਇਹਨਾਂ ਬਿਰਧ ਆਸ਼ਰਮਾਂ ਦੇ ਵਿੱਚ ਤਕਰੀਬਨ 150 ਦੇ ਕਰੀਬ ਬਜ਼ੁਰਗਾਂ ਨੂੰ ਰੱਖਣ ਦੀ ਵਿਵਸਥਾ ਹੋਵੇਗੀ। ਕਨਸੈਪਟ ਮਾੜਾ ਨਹੀਂ, ਬਹੁਤ ਚੰਗਾ ਹੈ। ਘੱਟੋ ਘੱਟ ਉਹ ਬਜ਼ੁਰਗ ਜਿਹੜੇ ਇਲਾਜ ਪੱਖੋਂ, ਖਾਣ ਪੀਣ ਪੱਖੋਂ ਮੁਹਤਾਜ ਹੋਣਗੇ, ਜੇ ਉਹਨਾਂ ਨੂੰ ਇਹਨਾਂ ਵਿੱਚ ਰੱਖਿਆ ਜਾਵੇਗਾ ਤਾਂ ਇੱਕ ਚੰਗੀ ਗੱਲ ਹੋਵੇਗੀ। ਪਰ ਇਹਦੇ ਵਿੱਚ ਨਾਲ ਨਿਰੀਖਣ ਕੀਤਾ ਜਾਵੇ ਕਿ ਜਿਹੜੇ ਸਰਦੇ ਪੁੱਜਦੇ ਘਰ ਨੇ, ਕਿਤੇ ਨਵੀਆਂ ਨੂੰਹਾਂ ਸੱਸਾਂ ਤੇ ਸਹੁਰਿਆਂ ਨੂੰ ਗਲਾਂ ਲਾਉਣ ਵਾਸਤੇ ਉੱਥੇ ਛੱਡ ਕੇ ਆਪਣੀ ਜ਼ਿੰਮੇਵਾਰੀ ਤੋਂ ਫਾਰਗ ਨਾ ਹੋ ਜਾਂਦੀਆਂ ਹੋਣ। ਇਸ ਲਈ ਇਹਦਾ ਕੋਈ ਕਾਇਦਾ ਕਾਨੂੰਨ ਡਾਕਟਰ ਬਲਜੀਤ ਕੌਰ ਨੂੰ ਬਣਾਉਣਾ ਪਵੇਗਾ ਕਿ ਕਿੰਨਾ ਬਜ਼ੁਰਗਾਂ ਨੂੰ ਉੱਥੇ ਰੱਖਿਆ ਜਾਵੇ। ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਵੀ ਵਿਅਕਤੀ ਬਜ਼ੁਰਗ ਨੂੰ ਉੱਥੇ ਰੱਖਣ ਨੂੰ ਤਿਆਰ ਨਹੀਂ। ਜੀ, ਮਾਨਯੋਗ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਤਰੱਕੀਆਂ ਦੇ ਵਿੱਚ ਨਹੀਂ ਹੋਈ ਹੁਕਮਾਂ ਦੀ ਉਲੰਘਣਾ। ਇਹ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਕਿਉਂਕਿ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਜਿਹੜੇ ਸਕੱਤਰ ਜਨਰਲ ਨੇ, ਸਕੱਤਰ ਨੇ ਭਾਰਤ ਸਰਕਾਰ ਦੇ, ਉਹਨਾਂ ਦਾ ਮੇਰੇ ਖਿਆਲ ਮਿਸਟਰ ਭੱਲਾ ਨਾਮ ਹੈ, ਅਜੇ ਭੱਲਾ ਸ਼ਾਇਦ, ਉਹਨਾਂ ਨੇ ਰਿਪੋਰਟ ਸਬਮਿਟ ਕਰਤੀ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਜੋ ਕੁਝ ਪਹਿਲਾਂ ਹੋਇਆ ਹੈ ਅਸੀਂ ਸਾਰੇ ਦਾ ਸਾਰਾ ਉਸੇ ਦੇ ਆਧਾਰ ਤੇ ਹੀ ਕਰ ਰਹੇ ਹਾਂ। ਇਹਦੇ ਵਿੱਚ ਹਾਲ ਦੀ ਘੜੀ ਕੋਈ ਤਬਦੀਲੀ ਨਹੀਂ। ਸੋ ਇਸ ਕਰਕੇ ਅਸੀਂ ਕਿਸੇ ਵੀ ਕੀਮਤ ਤੇ ਉਹਦੇ 'ਚ ਤਬਦੀਲੀ ਨਹੀਂ। ਤੇ ਸੁਪਰੀਮ ਕੋਰਟ ਨੇ ਉਹਦੇ ਵਿੱਚ ਕਿਹਾ ਕਿ ਪੂਰੀ ਰਿਪੋਰਟ ਲਿਆ ਕੇ ਸੁਪਰੀਮ ਕੋਰਟ ਦੇ ਵਿੱਚ ਰੱਖੋ। ਜਦੋਂ ਤੱਕ ਇਹਦੇ ਤੇ ਕੋਈ ਮਸਲਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਇਹਦੀ ਸਟੇਟਸ ਰਿਪੋਰਟ ਔਰ ਇਹ ਜਿਉਂਦਾ ਤਿਉਂ ਰਹੇ ਮਸਲਾ, ਇਹਦੇ ਵਿੱਚ ਕਿਸੇ ਕਿਸਮ ਦੀ ਤਬਦੀਲੀ ਕਰਨ ਦੀ ਲੋੜ ਨਹੀਂ। ਇਹ ਗੱਲ ਅਜੇ ਭੱਲਾ ਉਹਨਾਂ ਦਾ ਨਾਂ ਆ,
ਉਹ ਕਹਿੰਦੇ ਵੀ ਹੁਕਮ ਅਦੂਲੀ ਹੋਈ ਸੀ, ਜਿਹਦੇ ਕਰਕੇ ਪਟੀਸ਼ਨ ਕੀਤੀ ਗਈ। 15 ਅਪ੍ਰੈਲ 2019 ਨੂੰ ਸਰਕਾਰ ਨੂੰ ਰਾਖਵਾਂ ਕਰਨ ਦੀ ਸਥਿਤੀ ਹੈ ਜਿਹੜੀ ਜਿਉਂ ਦੀ ਤਿਉਂ ਰੱਖਣੀ ਚਾਹੀਦੀ ਹੈ। ਜੀ 7 ਕਿਲੋ ਵਾਟ ਤੋਂ ਉੱਪਰ ਵਾਲੇ ਘਰੇਲੂ ਵਪਾਰਕ ਖਪਤਕਾਰਾਂ ਨੂੰ ਮਹੀਨੇ ਬਾਅਦ ਮਿਲੇਗਾ ਬਿਜਲੀ ਦਾ ਬਿੱਲ। ਸਮਾਰਟ ਮੀਟਰ ਲੱਗੇ ਹੋਣ ਵਾਲੇ ਖਪਤਕਾਰਾਂ ਲਈ ਪਾਵਰਕੌਮ ਨੇ ਬਿੱਲ ਭੇਜਣ ਦੀ ਜਿਹੜੀ ਉਹ ਬਦਲੀ ਕੀਤੀ ਹੈ। ਇਹ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਕੀਤਾ। ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਪਹਿਲਾਂ 10 ਕਿਲੋ ਵਾਟ ਦੀ ਕੰਡੀਸ਼ਨ ਹੁੰਦੀ ਸੀ, ਸ਼ਰਤ ਕਿ ਜਿਹਦਾ 10 ਕਿਲੋ ਵਾਟ ਤੋਂ ਉੱਪਰਲਾ ਕਨੈਕਸ਼ਨ ਆ ਉਹਨੂੰ ਮਹੀਨਾਵਾਰ ਬਿੱਲ ਆਉਂਦਾ ਸੀ। ਇਹ ਹੁਣ 7 ਕਿਲੋ ਵਾਟ ਤੇ ਲੈਣ ਦੀ ਘਟਾਤੀ। ਭਾਵ ਹੁਣ ਜਦੋਂ ਪਤਾ ਲੱਗ ਗਿਆ ਕਿ ਇਹ ਲੈਣੇ ਦੇ ਦੇਣੇ ਪੈ ਜਾਣੇ ਨੇ, ਜਦੋਂ 2 ਮਹੀਨੇ ਹੁੰਦਾ ਸੀ 7 ਕਿਲੋ ਵਾਟ ਦਾ, ਜਿਹੜਾ ਹੁਣ ਪਹਿਲੀ ਵਾਰ ਅੱਜ ਬਿੱਲ ਆਏ ਨੇ, ਇਹਦੇ ਵਿੱਚ ਜੇ ਮੰਨ ਲਓ ਮੇਰੀਆਂ ਇਸ ਮਹੀਨੇ 350 ਯੂਨਿਟਾਂ ਖਰਚ ਹੋ ਗਈਆਂ, ਬੰਦੇ ਨੇ ਨੋਟ ਕਰ ਲਿਆ ਵੀ ਮੇਰੀਆਂ 350 ਹੋ ਗਈਆਂ, ਅਗਲੀ ਵਾਰੀ ਆਪਾਂ 240 ਕ ਰੱਖੀਏ, ਬੰਦਾ ਕਾਬੂ ਕਰ ਲੈਂਦਾ ਸੀ। ਜੇ ਇਸ ਮਹੀਨੇ ਦੇ ਵਿੱਚ ਘੱਟ ਹੋ ਗਈਆਂ, ਅਗਲੇ ਮਹੀਨੇ ਵੱਧ ਵੀ ਸਕਦੀਆਂ ਸੀ। ਪਰ ਇਸ ਨੀਤੀ ਦੇ ਨਾਲ ਜਿਹਦੀ 301 ਯੂਨਿਟ ਹੋ ਗਈ, ਉਹਨੂੰ ਪੂਰਾ ਬਿੱਲ ਤਾਰਨਾ ਪਵੇਗਾ। ਔਰ ਤਾਜ਼ਾ ਸਥਿਤੀ ਮੁਤਾਬਕ ਇਹ ਗਿਣਤੀ 15 ਲੱਖ ਹੋ ਸਕਦੀ ਹੈ। ਪਹਿਲਾਂ ਤਾਂ ਕਹਿੰਦੇ ਸੀ ਕਿ 74 ਲੱਖ ਚੋਂ 52 ਲੱਖ ਨੂੰ ਕੋਈ ਬਿੱਲ ਨਹੀਂ ਆਉਣਾ, ਤੇ ਹੁਣ ਜਦੋਂ ਅਸਲੀਅਤ ਤੇ ਗਏ, ਇਹ ਗੋਂਦਾਂ ਗੁੰਦਦੇ ਪਏ ਨੇ ਕਿ ਕਿਹੜੇ ਤਰੀਕੇ ਨਾਲ ਵਸੂਲੀ ਕੀਤੀ ਜਾਵੇ। ਤੇ ਜੇ ਪਹਿਲਾਂ ਹੀ ਸੋਚ ਕੇ ਕੀਤਾ ਚੱਕਿਆ ਹੁੰਦਾ ਕਦਮ ਤਾਂ ਅੱਜ ਲੋੜ ਨਹੀਂ ਪੈਣੀ ਸੀ। ਤੇ ਇਹਨਾਂ 15 ਲੱਖ ਖਪਤਕਾਰਾਂ ਦੇ ਉੱਤੇ ਸਮਾਰਟ ਮੀਟਰ ਵੀ ਲਾਏ ਜਾ ਰਹੇ ਨੇ। ਜੀ ਹੁਣ ਗੱਲ ਕਰਾਂਗੇ ਵਪਾਰਕ ਘਰੇਲੂ ਗੈਸ ਨੂੰ ਲੈ ਕੇ ਕਿ ਵਪਾਰਕ ਘਰੇਲੂ ਗੈਸ ਸਿਲੰਡਰ 91.50 ਰੁਪਏ ਸਸਤਾ ਹੋਇਆ। ਘਰੇਲੂ ਰਸੋਈ ਗੈਸ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ। ਦੇਖੋ, ਜਿਹੜਾ ਘਰੇਲੂ ਸਿਲੰਡਰ ਸੀਗਾ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ, ਇਹ ਤਕਰੀਬਨ 400 ਦੇ ਆਸ-ਪਾਸ ਸੀ। ਉਹਨਾਂ ਦੀ ਸਰਕਾਰ ਦੇ ਵਿੱਚ ਇਹ ਵਪਾਰਕ ਸਿਲੰਡਰ ਵੀ 800 ਦੇ ਨੇੜੇ ਤੇੜੇ ਸੀ। ਇਹਨਾਂ ਨੇ ਆਪਣੀ ਸਰਕਾਰ ਦੇ ਵਿੱਚ 2200 ਤੇ ਲੈ ਆਏ। ਉਹਦੇ ਵਿੱਚ ਕਹਿੰਦੇ ਹੁਣ ਕਟੌਤੀ ਕਰਤੀ ਹੈ 91 ਰੁਪਏ 50 ਪੈਸਿਆਂ ਦੀ। ਪਹਿਲਾਂ ਬਥੇਰਾ ਲੁੱਟ ਲਿਆ, ਜੋਟੀਦਾਰਾਂ ਨੂੰ ਲੁਟਾਤਾ। 1000 ਰੁਪਇਆ ਵਧਾ ਦਿਓ, ਫਿਰ 100 ਰੁਪਇਆ ਸਸਤਾ ਕਰ ਦਿਓ। ਇਹ ਪੁਰਾਣੀ ਨੀਤੀ ਆ ਮੋਦੀ ਸਾਹਿਬ ਦੀ। ਚੰਗਾ ਇਹ ਹੈ ਇਸ ਮਾਮਲਿਆਂ ਦੇ ਵਿੱਚ ਥੋੜਾ ਜਿਹਾ ਆਮ ਲੋਕਾਂ ਦਾ ਖਿਆਲ ਵੀ ਰੱਖਿਆ ਜਾਵੇ। ਇਹ ਮੁਕਤ ਖੋਰੀਆਂ ਨੂੰ ਤਰਕ ਸੰਗਤ ਕਰ ਦਿਓ। ਰੇੜੂਆਂ ਵਾਲਾ ਮਾਮਲਾ ਅਜੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ। ਮੈਂ ਸਮਝਦਾ ਕਿ ਇਹਨਾਂ ਮੁਕਤ ਖੋਰੀਆਂ ਨੂੰ ਛੱਡ ਕੇ ਜਿਹੜੇ ਲੋਕ ਲੋੜਵੰਦ ਨੇ, ਜੇ ਇਹ ਸਹੂਲਤਾਂ ਉੱਥੋਂ ਤੱਕ ਸੀਮਤ ਰੱਖ ਲਈਆਂ ਜਾਣ ਤਾਂ ਮੈਂ ਸਮਝਦਾ ਕਾਫੀ ਵੱਡਾ ਕਦਮ ਹੋਵੇਗਾ। ਜੀ ਢਿੱਲੋਂ ਜੀ, ਦਿੱਲੀ ਦੇ ਵਿੱਚ ਸ਼ਰਾਬ ਦੇ ਸਰਕਾਰੀ ਠੇਕੇ ਉਹ ਖੋਲ੍ਹੇ ਗਏ। ਜਦੋਂ ਇਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ, CBI ਦੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ, ED ਦੀ ਜਾਂਚ ਵੀ ਹੋ ਚੁੱਕੀ ਹੈ। ਪਹਿਲਾਂ ਉੱਥੇ 200 ਠੇਕਾ ਹੁੰਦਾ ਸੀ। ਇਹਨਾਂ ਨੇ ਨਵੀਂ ਨੀਤੀ ਦੇ ਵਿੱਚ 800 ਤੋਂ ਵੱਧ ਕਰ ਦਿੱਤੇ, 849। ਤੇ ਕੱਲ 1 ਸਤੰਬਰ ਤੋਂ ਦੁਬਾਰਾ ਉਹੀ ਨਿੱਜੀ ਛੱਡ ਕੇ ਸਰਕਾਰੀ ਠੇਕਿਆਂ ਤੇ ਸ਼ਰਾਬ ਦੀ ਵਿਕਰੀ ਸ਼ੁਰੂ ਹੋ ਗਈ। ਹੁਣ ਇਲਜ਼ਾਮ ਇਹ ਲੱਗਣ ਲੱਗੇ ਨੇ ਨਾਲ ਕਿ ਜਿਹੜੇ ਮੇਨ ਬ੍ਰਾਂਡ ਨੇ ਉਹ ਉੱਥੇ ਮਿਲਦੇ ਨਹੀਂ। ਪਹਿਲਾਂ ਵੀ ਦਿੱਲੀ ਦੇ ਵਿੱਚ ਸ਼ਰਾਬ ਲਾਈਨਾਂ 'ਚ ਲੱਗ ਕੇ ਮਿਲਦੀ ਸੀ। ਲਾਈਨਾਂ 'ਚ ਲੱਗੋ, ਅੰਦਰ ਜਾਓ, ਜਿਹੜਾ ਬ੍ਰਾਂਡ ਚਾਹੀਦਾ ਚੱਕ ਲਿਆਓ, ਬਾਹਰ ਜਿਹੜਾ ਕਾਊਂਟਰ ਤੇ ਬੰਦਾ ਬੈਠਾ ਉਹਨੂੰ ਪੈਸੇ ਦੇ ਕੇ ਆ ਜਾਓ। ਉਹ ਕਹਿੰਦੇ ਨਿੱਜਤਾ ਵੇਲੇ ਕਾਫੀ ਕੁਛ ਸੀ। ਪਿਛਲੀ ਵਾਰੀ 15 ਨਵੰਬਰ ਦੀ ਗੱਲ ਹੈ। 18 ਨਵੰਬਰ ਨੂੰ ਇਹਨਾਂ ਨੇ ਸ਼ੁਰੂ ਕਰਨੇ ਸੀ। ਉਦੋਂ ਜਿਹੜੇ ਉਸ ਵੇਲੇ ਦੇ LG ਸੀਗੇ, ਉਹਨਾਂ ਨੇ ਕਿਹਾ ਕਿ ਤੁਸੀਂ ਦਿੱਲੀ ਵਿਕਾਸ ਬੋਰਡ ਤੇ ਦਿੱਲੀ ਦੀ ਜਿਹੜੀ ਨਗਰ ਨਿਗਮਾਂ ਨੇ ਉਹਨਾਂ ਤੋਂ ਮਨਜ਼ੂਰੀ ਲੈ ਕੇ ਆਓ, ਫਿਰ ਇਹ ਕੰਮ ਕਰਾਂਗੇ। ਅਜੇ ਤੱਕ CBI ਇਹਦੇ ਵਿੱਚੋਂ ਕਿਹੜੀਆਂ ਉਨਤਾਈਆਂ ਕੱਢਦੀ ਹੈ ਜਾਂ ED ਕਿਹੜੀਆਂ ਉਨਤਾਈਆਂ ਕੱਢਦੀ ਹੈ, ਉਦੋਂ ਬਾਅਦ ਪਤਾ ਲੱਗੇਗਾ ਕਿ ਇਸ ਯੋਜਨਾ ਦੇ ਉਧਰੋਂ ਪੰਜਾਬ ਦੀਆਂ 2 ਪ੍ਰਮੁੱਖ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਇਸ ਮਾਮਲੇ ਦੇ ਵਿੱਚ ਇਹ ਚੀਜ਼ਾਂ
ਮੰਗ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਇਹ ਨਵੀਂ ਆਬਕਾਰੀ ਨੀਤੀ ਲਿਆਂਦੀ ਹੈ ਇਹਦੀ ਜਾਂਚ ਕਰਾਈ ਜਾਵੇ। ਮੈਂ ਇੱਕ ਗੱਲ ਜ਼ਰੂਰ ਦੱਸਦਾ ਦੋਨਾਂ ਪਾਰਟੀਆਂ ਵਾਲਿਆਂ ਨੂੰ ਕਿ ਜੇ ਜਿੰਨਾ ਉਹਨਾਂ ਨੇ ਕਿਹਾ ਕਿ ਇੰਨਾ ਸਰਮਾਇਆ ਸਾਨੂੰ ਇੱਥੋਂ ਆਏਗਾ, ਮਾਲੀਆ ਆਏਗਾ, ਤੇ ਫਿਰ ਤੁਹਾਡੀਆਂ ਦੋਨਾਂ ਸਰਕਾਰਾਂ ਤੋਂ ਕਿਤੇ ਵੱਧ ਹੈ। ਤੁਸੀਂ ਜਾਂਚ ਕਰਾ ਲਓ, ਤੇ ਜੇ ਵਾਕਈ ਸ਼ਰਾਬ ਸਸਤੀ ਪੰਜਾਬ 'ਚ ਮਿਲ ਰਹੀ ਹੈ ਹਰਿਆਣਾ ਚੰਡੀਗੜ੍ਹ ਦੇ ਮੁਕਾਬਲੇ, ਇਹਦੇ ਨਾਲ ਦੂਜੇ ਰਾਜਾਂ ਦੀ ਸਮਗਲਿੰਗ ਵੀ ਘਟੇਗੀ। ਇਹਦੇ ਨਾਲ ਦੂਜੀ ਚੀਜ਼ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਜਦੋਂ ਲੋਕ ਇੰਨੇ ਪੈਸੇ ਖਰਚਦੇ ਆ ਉਹਨਾਂ ਨੂੰ ਫਿਰ ਸ਼ਰਾਬ ਵੀ ਪਾਏਦਾਰ ਦਿੱਤੀ ਜਾਵੇ। ਜੀ ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।